प्यारे विद्यार्थियों, ਆਪਾਂ ਅੱਜ ਆਡੀਓ ਵੀਡੀਓ ਲੈਕਚਰ ਦੇ ਰਾਹੀਂ ਸ਼ੁਰੂ ਕਰਨ ਜਾ ਰਹੇ ਹਾਂ ਪੜ੍ਹਾਈ ਦਾ ਇੱਕ ਨਵਾਂ ਢੰਗ। ਵੈਸੇ ਤਾਂ ਤੁਸੀਂ ਅੱਗੇ ਵੀ ਵੀਡੀਓ ਲੈਕਚਰਸ ਦੇ ਰਾਹੀਂ ਦੇਖਦੇ ਹੋ, ਔਰ ਫਿਰ ਆਪਾਂ ਉਹਨਾਂ ਚੀਜ਼ਾਂ ਨੂੰ ਕਲਾਸ ਦੇ ਵਿੱਚ ਡਿਸਕਸ ਕਰਦੇ ਹਾਂ। ਤਾਂ ਕਲਾਸ ਦੇ ਵਿੱਚ ਜਿਹੜੀ ਡਿਸਕਸ਼ਨ ਹੁੰਦੀ ਹੈ ਜਾਂ 1 to 1 ਪੜ੍ਹਾਈ ਦਾ ਜਿਹੜਾ ਸਿਸਟਮ ਹੁੰਦਾ ਹੈ, ਉਹਨਾਂ ਵਧੀਆ ਇਹਨਾਂ ਲੈਕਚਰਸ ਰਾਹੀਂ ਤਾਂ ਕਰਵਾਇਆ ਨਹੀਂ ਜਾ ਸਕਦਾ, ਪਰ ਫਿਰ ਵੀ ਸਮੇਂ ਅਤੇ ਹਾਲਾਤ ਦੇ ਅਨੁਸਾਰ ਬੰਦੇ ਨੇ ਆਪਦੇ ਆਪ ਨੂੰ ਢਾਲਣਾ ਹੁੰਦਾ। ਤਾਂ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ। ਤੁਹਾਨੂੰ ਵੀ ਵੱਧ ਤੋਂ ਵੱਧ ਮਿਹਨਤ ਕਰਨ ਦੀ ਲੋੜ ਹੈ ਤਾਂ ਕਿ ਇਸ ਸਮੇਂ ਦੇ ਦੌਰਾਨ ਆਪਣਾ ਜਿਹੜਾ ਪੜ੍ਹਾਈ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ। ਤਾਂ ਆਪਾਂ ਜਿਹੜਾ ਪਹਿਲਾ ਚੈਪਟਰ ਆਪਣਾ ਸ਼ੁਰੂ ਕਰਨ ਜਾ ਰਹੇ ਹਾਂ, ਪ੍ਰਬੰਧਨ ਜਾਂ ਇੰਗਲਿਸ਼ ਦੇ ਵਿੱਚ ਇਹਨੂੰ ਕਹਿ ਦਈਏ ਮੈਨੇਜਮੈਂਟ। ਇਹ ਜਿਹੜਾ ਚੈਪਟਰ ਹੈ ਮੈਨੇਜਮੈਂਟ, ਇਹਦੇ ਬਾਰੇ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਪਏਗਾ ਵੀ ਪ੍ਰਬੰਧਨ ਜਾਂ ਮੈਨੇਜਮੈਂਟ ਸ਼ਬਦ ਦਾ ਮਤਲਬ ਕੀ ਹੈ। ਪ੍ਰਬੰਧਨ ਸ਼ਬਦ ਬਣਿਆ ਹੈ ਪ੍ਰਬੰਧ ਤੋਂ, ਯਾਨੀ ਪ੍ਰਬੰਧ ਕਰਨ ਦੀ ਕਲਾ ਨੂੰ ਪ੍ਰਬੰਧਨ ਕਹਿੰਦੇ ਹਾਂ। ਕਿਸੇ ਵੀ ਤਰ੍ਹਾਂ ਦੇ ਸਿਸਟਮ ਨੂੰ ਜਦੋਂ ਆਪਾਂ ਬੜੇ ਵਧੀਆ ਢੰਗ ਨਾਲ ਮੈਨੇਜ ਕਰਦੇ ਹਾਂ ਤਾਂ ਉਸ ਪੂਰੀ ਪ੍ਰਕਿਰਿਆ ਨੂੰ ਆਪਾਂ ਪ੍ਰਬੰਧਨ ਕਹਿੰਦੇ ਹਾਂ। ਜੇ ਆਪਾਂ ਆਪਦੇ ਆਲੇ ਦੁਆਲੇ ਨਜ਼ਰ ਮਾਰੀਏ ਤਾਂ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਪ੍ਰਬੰਧਨ ਨਜ਼ਰ ਆ ਜਾਏਗਾ। ਜਿਵੇਂ ਇੱਕ ਸਕੂਲ ਦੀ ਗੱਲ ਜਾਂ ਇੱਕ ਅਦਾਰੇ ਦੀ ਗੱਲ ਕਰ ਲਈਏ, ਆਪਣੇ ਸਕੂਲ ਦੇ ਵਿੱਚ ਹੀ ਤੁਸੀਂ ਦੇਖੋ ਵੀ ਹਰ ਚੀਜ਼ ਨੂੰ ਬੜੇ ਵਧੀਆ ਢੰਗ ਨਾਲ ਮੈਨੇਜ ਕੀਤਾ ਗਿਆ। ਕਲਾਸਿਸ ਨੇ, ਅਲੱਗ-ਅਲੱਗ ਟੀਚਰਸ ਨੇ, ਅਲੱਗ-ਅਲੱਗ ਵਿਸ਼ੇ ਨੇ, ਅਲੱਗ-ਅਲੱਗ ਤਰ੍ਹਾਂ ਦੀਆਂ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਨੇ। ਹਰ ਚੀਜ਼ ਦਾ ਹਰ ਬੰਦੇ ਨੂੰ, ਹਰ ਮਨੁੱਖ ਨੂੰ ਆਪਦੀ ਡਿਊਟੀ ਬੜੇ ਵਧੀਆ ਢੰਗ ਨਾਲ ਸੌਂਪੀ ਗਈ ਹੈ ਅਤੇ ਉਹ ਆਪਦੀ ਡਿਊਟੀ ਨੂੰ ਬੜੀ ਵਧੀਆ ਢੰਗ ਨਾਲ ਪਰਫੋਰਮ ਕਰ ਰਿਹਾ ਹੈ ਤਾਂ ਕਿ ਜਿਹੜੇ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਨਤੀਜੇ ਕੀ ਨੇ? ਇੱਕ ਸਕੂਲ ਦਾ ਕੀ ਉਦੇਸ਼ ਹੁੰਦਾ ਹੈ? ਇੱਕ ਸਕੂਲ ਦਾ ਉਦੇਸ਼ ਹੁੰਦਾ ਹੈ ਉਸ ਦੇ ਵਿਦਿਆਰਥੀ ਵੱਧ ਤੋਂ ਵੱਧ ਵਧੀਆ ਤੋਂ ਵਧੀਆ ਪੜ੍ਹਾਈ ਕਰਕੇ ਵਧੀਆ ਤੋਂ ਵਧੀਆ ਇਨਸਾਨ ਬਣਨ। ਇਸੇ ਕਰਕੇ ਹੀ ਸਾਰੇ ਸਿਸਟਮ ਨੂੰ ਬੜੇ ਵਧੀਆ ਢੰਗ ਨਾਲ ਮੈਨੇਜ ਕਰਕੇ ਚਲਾਇਆ ਜਾਂਦਾ ਹੈ। ਜਿਹੜੇ ਇਸ ਸਿਸਟਮ ਨੂੰ ਮੈਨੇਜ ਕਰਦੇ ਨੇ ਉਹਨਾਂ ਨੂੰ ਸਕੂਲ ਦੇ ਪ੍ਰਬੰਧਕ ਕਿਹਾ ਜਾਂਦਾ ਹੈ। ਜਿਵੇਂ ਕਿ ਆਪਣੇ ਪ੍ਰਿੰਸੀਪਲ ਸਰ ਸਕੂਲ ਦੇ ਪ੍ਰਬੰਧਕ ਹਨ, ਜਿਹੜੇ ਕਿ ਆਪ ਵੀ ਕੰਮ ਕਰਦੇ ਹਨ ਅਤੇ ਆਪਦੀ ਟੀਮ ਨੂੰ ਨਾਲ ਲੈ ਕੇ ਸਾਰਿਆਂ ਨੂੰ ਉਤਸ਼ਾਹਿਤ ਕਰਕੇ ਉਹਨਾਂ ਤੋਂ ਕੰਮ ਕਰਵਾਉਂਦੇ ਹਨ ਤਾਂ ਕਿ ਡਿਜ਼ਾਇਰਡ ਜਿਹੜੇ ਉਦੇਸ਼ ਨੇ ਬੱਚਿਆਂ ਦੇ ਨਾਲ ਜੁੜੇ ਹੋਏ ਉਹਨਾਂ ਨੂੰ ਪ੍ਰਾਪਤ ਕੀਤਾ ਜਾ ਸਕੇ। ਇਸੇ ਹੋਰ ਜੇ ਆਪਾਂ ਗੱਲ ਕਰੀਏ ਮੈਨੇਜਮੈਂਟ ਕਿੱਥੇ ਦੇਖਣ ਨੂੰ ਮਿਲੀ, ਜੇ ਅੱਜ ਦੇ ਟਾਈਮ ਦੀ ਗੱਲ ਹੀ ਕਰ ਲਈਏ, ਵੇਖੋ ਆਪਣੇ ਦੁਨੀਆ ਦੇ ਵਿੱਚ ਮਹਾਂਮਾਰੀ ਫੈਲੀ ਔਰ ਸਰਕਾਰ ਨੇ ਵੇਖਿਆ ਵੀ ਆਪਣੇ ਜਿਹੜੇ ਲੋਕ ਨੇ ਇਹਨਾਂ ਦੀ ਜਾਨ ਨੂੰ ਬਚਾਉਣਾ ਬੜਾ ਜ਼ਰੂਰੀ ਹੈ। ਤਾਂ ਸਰਕਾਰ ਨੇ ਫੌਰੀ ਤੌਰ 'ਤੇ ਬੜੀ ਤਰ੍ਹਾਂ ਦੇ ਪ੍ਰਬੰਧ ਕੀਤੇ, ਲੋਕਡਾਊਨ ਲਗਾਇਆ, ਕਰਫਿਊ ਲਗਾਇਆ। ਹਰ ਤਰ੍ਹਾਂ ਦੀ ਜਿਹੜੀ ਉਹਦੇ ਲੋਕ ਸੀਗੇ ਉਹਦੇ ਲੋਕਾਂ ਨੂੰ ਬਚਾਉਣ ਦੇ ਲਈ ਆਪਣੇ ਹਰ ਤਰ੍ਹਾਂ ਦੇ ਆਫਿਸਰਸ, ਟੀਚਰਸ, ਹੋਰ ਜਿਨ੍ਹਾਂ ਨੂੰ ਡਿਊਟੀਜ਼ ਅਸਾਈਨ ਕੀਤੀਆਂ ਗਈਆਂ ਤਾਂ ਕਿ ਸਭ ਤੋਂ ਪਹਿਲਾ ਫਰਜ਼ ਸੀਗਾ ਸਰਕਾਰਾਂ ਦਾ ਲੋਕਾਂ ਨੂੰ ਬਚਾਉਣਾ। ਤਾਂ ਹੁਣ ਅੱਜ ਆਪਾਂ ਇਸ ਸਥਿਤੀ ਦੇ ਵਿੱਚ ਪਹੁੰਚ ਗਏ ਹਾਂ ਵੀ ਆਪਾਂ ਇੱਕ ਸੇਫ ਸਥਿਤੀ ਦੇ ਵਿੱਚ ਪਹੁੰਚ ਚੁੱਕੇ ਹਾਂ। ਇਹ ਸਭ ਸਰਕਾਰਾਂ ਦੁਆਰਾ ਕੀਤੀ ਗਈ ਮੈਨੇਜਮੈਂਟ ਕਰਕੇ ਹੀ ਸੰਭਵ ਹੋ ਸਕਿਆ ਹੈ। ਇਸੇ ਤਰ੍ਹਾਂ ਹੀ ਆਪਾਂ ਮੈਨੇਜਮੈਂਟ ਜਿਹੜੀ ਹੈ ਉਹ ਹਰੇਕ ਥਾਂ ਦੇ ਉੱਪਰ ਲਾਗੂ ਕੀਤੀ ਜਾਂਦੀ ਹੈ। ਜੇ ਇੱਕ ਵਿਦਿਆਰਥੀ ਹੈ ਜੋ ਆਪਣੇ ਜੀਵਨ ਦੇ ਵਿੱਚ ਮੈਨੇਜਮੈਂਟ ਨੂੰ ਲਾਗੂ ਕਰਦਾ ਹੈ ਤਾਂ ਉਹ ਆਪਦੀ ਸਟੱਡੀ ਨੂੰ ਬੜੇ ਵਧੀਆ ਢੰਗ ਨਾਲ ਮੈਨੇਜ ਕਰ ਸਕਦਾ, ਘਰ ਦੇ ਕੰਮ ਵੀ ਕਰ ਸਕਦਾ ਹੈ ਔਰ ਨਤੀਜੇ ਵੀ ਵਧੀਆ ਪ੍ਰਾਪਤ ਕਰ ਸਕਦਾ ਹੈ। ਇਸੇ ਤਰ੍ਹਾਂ ਇੱਕ ਔਰਤ ਹੈ ਜਿਹੜੀ ਘਰ ਦੀ ਇਸਤਰੀ, ਜੇ ਉਹ ਆਪਦੇ ਸਾਰੇ ਕੰਮਾਂ ਨੂੰ, ਰਸੋਈ ਨੂੰ
ਤੁਸੀਂ ਦੇਖਿਆ ਹੋਵੇਗਾ ਰਸੋਈ ਦੇ ਵਿੱਚ ਬੜੇ ਵਧੀਆ ਢੰਗ ਦੇ ਨਾਲ ਇੱਕ ਸੁਆਣੀ ਨੇ ਆਦੇ ਸਾਰੀਆਂ ਚੀਜ਼ਾਂ ਨੂੰ ਮੈਨੇਜ ਕੀਤਾ ਹੁੰਦਾ। ਜੇ ਉਹ ਵਧੀਆ ਢੰਗ ਨਾਲ ਮੈਨੇਜ ਉਹਨੇ ਕੀਤਾ ਹੁੰਦਾ ਹੈ ਤਾਂ ਉਹ ਆਪਣੇ ਕੰਮ ਨੂੰ ਬੜੇ ਵਧੀਆ ਸੁਖਾਲੇ ਢੰਗ ਨਾਲ ਕਰ ਲੈਂਦੀ। ਜੇ ਉਹਦੀਆਂ ਚੀਜ਼ਾਂ ਮੈਨੇਜ ਨਾ ਕੀਤੀਆਂ ਹੋਣ ਤਾਂ ਉਹ ਓਨੀ ਵਧੀਆ ਸੁਆਣੀ ਨਹੀਂ ਗਿਣੀ ਜਾ ਸਕਦੀ। ਕੁੱਲ ਮਿਲਾ ਕੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਮੈਨੇਜਮੈਂਟ ਜਿਹੜੀ ਹੈ ਉਹ ਆਪਣੇ ਕੰਮ ਨੂੰ ਸੁਖਾਲਾ ਵੀ ਕਰਦੀ ਹੈ, ਆਪਣੇ ਕੰਮ ਨੂੰ ਬੜੇ ਵਧੀਆ ਢੰਗ ਨਾਲ ਕਰਨ ਦੀ ਪ੍ਰੇਰਨਾ ਵੀ ਆਪਾਂ ਨੂੰ ਦਿੰਦੀ ਹੈ, ਆਪਾਂ ਨੂੰ ਕੰਮ ਕਰਨ ਲਈ ਉਤਸ਼ਾਹਿਤ ਵੀ ਕਰਦੀ ਹੈ। ਅਤੇ ਜਿਹੜੇ ਆਪਾਂ ਨਤੀਜੇ ਚਾਹੁੰਦੇ ਹਾਂ, ਜਿਹੜੇ ਆਪਾਂ ਉਦੇਸ਼ਾਂ ਦੀ ਪ੍ਰਾਪਤੀ ਲਈ ਕੰਮ ਕਰ ਰਹੇ ਹੁੰਦੇ ਹਾਂ, ਉਹ ਉਦੇਸ਼ ਵੀ ਆਪਾਂ ਬੜੇ ਵਧੀਆ ਢੰਗ ਨਾਲ ਪ੍ਰਾਪਤ ਕਰ ਸਕਦੇ ਹਾਂ। ਤਾਂ ਇੱਥੇ ਇਹ ਗੱਲ ਬੜੀ ਧਿਆਨ ਦੇਣ ਯੋਗ ਹੈ ਕਿ ਚਾਹੇ ਕੋਈ ਵੀ ਸੰਗਠਨ, ਕੋਈ ਵੀ ਅਦਾਰਾ, ਚਾਹੇ ਉਹ ਵਪਾਰਕ ਅਦਾਰਾ ਹੈ, ਚਾਹੇ ਉਹ ਗੈਰ ਵਪਾਰਕ ਅਦਾਰਾ ਹੈ, ਜਿਨ੍ਹਾਂ ਨੇ ਚੀਜ਼ਾਂ ਦਾ ਉਤਪਾਦਨ ਕਰਨਾ ਹੈ, ਵੱਡੀਆਂ ਵੱਡੀਆਂ ਫੈਕਟਰੀਆਂ ਨੇ, ਸਭ ਥਾਂ ਦੇ ਉੱਪਰ ਮੈਨੇਜਮੈਂਟ ਜਿਹੜੀ ਹੈ ਉਹ ਉਸ ਦਾ ਰੋਲ ਬਹੁਤ ਹੀ ਵੱਡਾ ਹੁੰਦਾ ਹੈ। ਕਿਉਂਕਿ ਮੈਨੇਜਮੈਂਟ ਤੋਂ ਬਿਨਾਂ ਆਪਾਂ ਜਿਸ ਤਰ੍ਹਾਂ ਦੇ ਨਤੀਜੇ ਚਾਹੁੰਦੇ ਹਾਂ ਉਹ ਨਤੀਜੇ ਆਪਾਂ ਪ੍ਰਾਪਤ। ਤਾਂ ਹੁਣ ਗੱਲ ਕਰਦੇ ਹਾਂ ਡੈਫੀਨੇਸ਼ਨ ਦੀ। ਮੈਨੇਜਮੈਂਟ ਦੀ ਡੈਫੀਨੇਸ਼ਨ ਕੀ ਹੈ? ਪ੍ਰਬੰਧਨ ਦੀ ਡੈਫੀਨੇਸ਼ਨ ਕੀ ਹੈ? ਪ੍ਰਬੰਧਨ ਦੀ ਪ੍ਰਕਿਰਿਆ ਦੇ ਅੰਤਰਗਤ ਪ੍ਰਬੰਧਕ ਮਨੁੱਖਾਂ, ਸਾਧਨਾਂ ਅਤੇ ਮਸ਼ੀਨਾਂ ਆਦਿ ਨੂੰ ਸੰਗਠਨ ਕਰਕੇ ਇੱਕ ਕੁਸ਼ਲ ਅਤੇ ਪ੍ਰਭਾਵੀ ਉੱਦਮ ਦੀ ਸਥਾਪਨਾ ਕਰਦੇ ਹਨ ਤਾਂ ਜੋ ਕਿ ਜਿਹੜੇ ਨਿਰਧਾਰਤ ਉਦੇਸ਼ ਨੇ ਉਹਨਾਂ ਦੀ ਪ੍ਰਾਪਤੀ ਕੀਤੀ ਜਾ ਸਕੇ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ, ਜਿੰਨੀਆਂ ਵੀ ਫੈਕਟਰੀਆਂ ਨੇ, ਜਿੰਨੇ ਵੀ ਵਪਾਰਕ ਅਦਾਰੇ ਨੇ, ਇਹਨਾਂ ਦਾ ਮੁੱਖ ਮੰਤਵ ਜਾਂ ਉਦੇਸ਼ ਲਾਭ ਕਮਾਉਣਾ ਹੁੰਦਾ ਹੈ। ਤਾਂ ਇਹ ਆਪਣੀ ਸਾਰੀ ਮਸ਼ੀਨਰੀ ਨੂੰ, ਸਾਰੇ ਸਾਧਨਾਂ ਨੂੰ ਬੜੇ ਹੀ ਪ੍ਰਭਾਵਸ਼ਾਲੀ ਅਤੇ ਕੁਸ਼ਲ ਪ੍ਰਬੰਧਨ ਦੀ ਵਰਤੋਂ ਕਰਕੇ ਇਸ ਢੰਗ ਨਾਲ ਪ੍ਰਯੋਗ ਕਰਦੇ ਹਨ ਤਾਂ ਕਿ ਇਹਨਾਂ ਤੋਂ ਵੱਧ ਲਾਭ ਕਮਾਇਆ ਜਾ ਸਕੇ। ਪਿਆਰੇ ਬੱਚਿਓ, ਜਿਵੇਂ ਕਿ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਪੇਜ ਦੇ ਉੱਪਰ ਮੈਂ ਕੁਝ ਚੀਜ਼ਾਂ ਹਾਈਲਾਈਟ ਕੀਤੀਆਂ ਹੋਈਆਂ ਨੇ। ਇਹਨਾਂ ਹਾਈਲਾਈਟ ਕੀਤੀਆਂ ਹੋਈਆਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਪੜ੍ਹਨਾ ਹੈ। ਮੈਂ ਹੁਣ ਤੁਹਾਨੂੰ ਪ੍ਰਬੰਧਨ ਦੀ ਜਿਹੜੀ ਪੁਰਾਣੀ ਧਾਰਨਾ ਸੀ ਉਹਦੀ ਡੈਫੀਨੇਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਲੱਗ-ਅਲੱਗ ਵਿਦਵਾਨਾਂ ਨੇ ਇਸ ਦੀਆਂ ਅਲੱਗ-ਅਲੱਗ ਪਰਿਭਾਸ਼ਾਵਾਂ ਦਿੱਤੀਆਂ ਨੇ। ਮੈਰੀ ਪਾਰਕਰ ਦੇ ਅਨੁਸਾਰ ਦੂਜੇ ਲੋਕਾਂ ਤੋਂ ਕੰਮ ਕਰਵਾਉਣ ਦੀ ਕਲਾ ਨੂੰ ਹੀ ਪ੍ਰਬੰਧਨ ਕਿਹਾ ਜਾਂਦਾ ਹੈ। ਇਸੇ ਤਰ੍ਹਾਂ F.W. ਟੇਲਰ ਦੇ ਅਨੁਸਾਰ ਪੂਰਨ ਰੂਪ ਵਿੱਚ ਇਹ ਜਾਣਨ ਦੀ ਕਲਾ ਕਿ ਤੁਸੀਂ ਆਪਣੇ ਕਾਮਿਆਂ ਤੋਂ ਕਿਹੜਾ ਕੰਮ ਚਾਹੁੰਦੇ ਹੋ ਅਤੇ ਫਿਰ ਇਹ ਦੇਖਣਾ ਕਿ ਉਹ ਉਸ ਕੰਮ ਨੂੰ ਸਭ ਤੋਂ ਵਧੀਆ ਅਤੇ ਸਸਤੇ ਢੰਗ ਨਾਲ ਕਿਵੇਂ ਕਰ ਸਕਦੇ ਹਨ। ਇਸ ਕੰਮ ਕਰਵਾਉਣ ਦੀ ਕਲਾ ਨੂੰ ਹੀ ਪ੍ਰਬੰਧਨ ਕਹਿੰਦੇ ਹਨ। ਯਾਨੀ ਕਿ ਆਪਣੇ ਕਾਮਿਆਂ ਤੋਂ ਬੜੇ ਵਧੀਆ ਢੰਗ ਨਾਲ ਕੰਮ ਕਰਵਾਉਣਾ ਅਤੇ ਸਸਤੇ ਤੋਂ ਸਸਤੇ ਯੋਗ ਵਸੀਲਿਆਂ ਦੀ ਵਰਤੋਂ ਕਰਕੇ ਸਸਤੇ ਤੋਂ ਸਸਤੀ ਚੀਜ਼ ਬਣਵਾ ਲੈਣਾ ਹੀ ਪ੍ਰਬੰਧਨ ਦਾ ਮੁੱਖ ਕੰਮ ਹੁੰਦਾ ਹੈ। ਇਸੇ ਤਰ੍ਹਾਂ ਹੀ ਆਧੁਨਿਕ ਧਾਰਨਾਵਾਂ ਦੇ ਵਿੱਚ ਜਿਹੜੀ ਮਾਡਰਨ ਡੈਫੀਨੇਸ਼ਨ ਹੈ ਮੈਨੇਜਮੈਂਟ ਦੀ ਮਾਡਰਨ ਡੈਫੀਨੇਸ਼ਨ ਦੇ ਅਨੁਸਾਰ ਪ੍ਰਬੰਧਨ ਇੱਕ ਅਜਿਹੀ ਪ੍ਰੋਸੈਸ ਜਾਂ ਪ੍ਰਕਿਰਿਆ ਹੈ ਜਿਸ ਦੇ ਅੰਤਰਗਤ ਇੱਕ ਅਜਿਹੇ ਵਾਤਾਵਰਨ ਦੀ ਸਿਰਜਣਾ ਜੋ ਅੱਜ ਦਾ ਢੰਗ ਹੈ। ਅੱਜ ਦੇ ਢੰਗ ਅਨੁਸਾਰ ਇੱਕ ਅਜਿਹਾ ਵਾਤਾਵਰਨ ਸਿਰਜ ਦੇਣਾ ਅਤੇ ਜਿਸ ਵਿੱਚ ਉਸ ਵਾਤਾਵਰਨ ਦੇ ਵਿੱਚ ਕੰਮ ਕਰਨ ਵਾਲੇ ਹਰ ਇੱਕ ਵਿਅਕਤੀ ਦੀ ਆਪਸੀ ਤਾਲਮੇਲ ਅਤੇ ਸਹਿਯੋਗ ਬਣਾਉਣਾ ਤਾਂ ਕਿ ਉਹ ਆਪਣੇ ਕੰਮ ਨੂੰ ਬੜੇ ਹੀ ਕੁਸ਼ਲਤਾਪੂਰਵਕ ਅਤੇ ਪ੍ਰਭਾਵੀ ਢੰਗ ਨਾਲ ਕਰਨ ਤਾਂ ਜੋ ਕਿ ਜਿਹੜਾ ਲਾਭ ਕਮਾਉਣ ਦਾ ਆਪਣਾ ਡਿਜ਼ਾਇਰਡ ਉਦੇਸ਼ ਹੈ ਉਹ ਉਸ ਅਦਾਰੇ ਵੱਲੋਂ ਜਾਂ ਉਸ ਕੋਈ ਵੀ ਅਦਾਰਾ ਜੋ ਉਹਦੇ ਉਦੇਸ਼ ਨਿਰਧਾਰਿਤ ਕੀਤੇ ਹਨ ਉਹਨਾਂ ਉਦੇਸ਼ਾਂ ਦੀ ਪ੍ਰਾਪਤੀ ਕੀਤੀ ਜਾ ਸਕੇ।
ਤਾਂ ਇਸ ਢੰਗ ਨਾਲ ਆਪਾਂ ਰਲ ਮਿਲ ਕੇ ਉਹਨਾਂ ਉਦੇਸ਼ਾਂ ਦੀ ਪ੍ਰਾਪਤੀ ਕਰ ਸਕਦੇ ਹਾਂ ਜੋ ਕਿ ਸਾਡੇ ਸਾਰਿਆਂ ਦੁਆਰਾ ਸਾਂਝੇ ਤੌਰ 'ਤੇ ਕੀਤੇ ਜਾਂਦੇ ਹਨ। ਹੁਣ ਇਸ ਦੇ ਵਿੱਚ ਦੋ ਸ਼ਬਦ ਆਏ ਹਨ, ਪ੍ਰਭਾਵਪੂਰਨਤਾ ਅਤੇ ਕੁਸ਼ਲਤਾ। ਪ੍ਰਭਾਵਪੂਰਨਤਾ ਦਾ ਮਤਲਬ ਹੈ ਇਫੈਕਟਿਵਨੈਸ ਅਤੇ ਕੁਸ਼ਲਤਾ ਦਾ ਮਤਲਬ ਹੈ ਐਫੀਸ਼ੀਐਂਸੀ। ਵੇਖਣ ਨੂੰ ਬੋਲਣ ਨੂੰ ਇਹ ਸ਼ਬਦ ਇੱਕੋ ਜਿਹੇ ਲੱਗਦੇ ਹਨ, ਪਰ ਦੋਨਾਂ ਦਾ ਅਲੱਗ-ਅਲੱਗ ਮਤਲਬ ਹੈ। ਪ੍ਰਭਾਵਪੂਰਨਤਾ ਦਾ ਮਤਲਬ ਹੈ ਸਮੇਂ ਦੇ ਨਾਲ, ਟਾਈਮ ਦੇ ਨਾਲ। ਪ੍ਰਭਾਵਪੂਰਨਤਾ ਤੋਂ ਭਾਵ ਹੈ ਜਦੋਂ ਕੋਈ ਵੀ ਅਦਾਰਾ ਕਿਸੇ ਵੀ ਦਿੱਤੇ ਗਏ ਉਦੇਸ਼ ਨੂੰ ਪੂਰੇ ਟਾਈਮ 'ਤੇ, ਨਿਰਧਾਰਿਤ ਟਾਈਮ 'ਤੇ ਪੂਰਾ ਕਰ ਲੈਂਦਾ ਹੈ ਤਾਂ ਆਪਾਂ ਉਸ ਅਦਾਰੇ ਨੂੰ ਪ੍ਰਭਾਵਪੂਰਨ ਕਹਿੰਦੇ ਹਾਂ। ਇਸੇ ਤਰ੍ਹਾਂ ਹੀ ਕੁਸ਼ਲਤਾ ਤੋਂ ਭਾਵ ਹੈ, ਕੁਸ਼ਲਤਾ ਦਾ ਮਤਲਬ ਹੈ ਘੱਟ ਤੋਂ ਘੱਟ ਵਸੀਲਿਆਂ ਦੀ ਵਰਤੋਂ ਕਰਕੇ ਡਿਜ਼ਾਇਰਡ ਨਤੀਜਿਆਂ ਨੂੰ ਪ੍ਰਾਪਤ ਕਰਨਾ। ਕੁਸ਼ਲਤਾ ਦਾ ਸੰਬੰਧ ਹੈ ਕਾਸਟ ਦੇ ਨਾਲ, ਲਾਗਤ ਦੇ ਨਾਲ। ਜੇ ਕੋਈ ਅਦਾਰਾ ਆਪਣੇ ਦਿੱਤੇ ਗਏ ਉਦੇਸ਼ਾਂ ਨੂੰ ਨਿਰਧਾਰਿਤ ਸਮੇਂ ਦੇ ਵਿੱਚ ਪੂਰਾ ਕਰਦਾ ਹੈ ਤਾਂ ਆਪਾਂ ਉਸ ਅਦਾਰੇ ਨੂੰ ਪ੍ਰਭਾਵਪੂਰਨ ਕਹਿੰਦੇ ਹਾਂ। ਅਤੇ ਜੇ ਕੋਈ ਅਦਾਰਾ ਆਪਣੇ ਦਿੱਤੇ ਗਏ ਵਸੀਲਿਆਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਘੱਟ ਤੋਂ ਘੱਟ ਕਾਸਟ ਦੇ ਵਿੱਚ ਚੀਜ਼ਾਂ ਪੂਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਕੇ ਡਿਜ਼ਾਇਰਡ ਨਤੀਜੇ ਪ੍ਰਾਪਤ ਕਰ ਲੈਂਦਾ ਹੈ ਤਾਂ ਆਪਾਂ ਉਸ ਨੂੰ ਕੁਸ਼ਲਤਾ ਪੂਰਵਕ ਅਦਾਰਾ ਕਹਿੰਦੇ ਹਾਂ। ਆਓ ਆਪਾਂ ਇਸ ਨੂੰ ਇੱਕ ਉਦਾਹਰਨ ਨਾਲ ਸਮਝਦੇ ਹਾਂ। ਫਾਰ ਐਗਜ਼ਾਮਪਲ, ਇੱਕ ਕੰਪਨੀ, ਜਿਵੇਂ ਆਪਾਂ ਕਹਿ ਲਈਏ ਵੀ ਇੱਕ ਕੰਪਨੀ ਪੈੱਨ ਬਣਾਉਂਦੀ ਹੈ, ਤਾਂ ਆਪਾਂ ਇੱਕ ਟੀਮ ਨੂੰ ਟਾਰਗੇਟ ਦਿੱਤਾ ਵੀ ਤੁਸੀਂ ਰੋਜ਼ ਦੇ 5000 ਪੈੱਨ ਬਣਾਉਣੇ ਹਨ, ਔਰ ਇੱਕ ਹਫ਼ਤੇ ਦਾ ਆਪਾਂ ਉਹਨਾਂ ਨੂੰ 35000 ਪੈੱਨ ਬਣਾਉਣ ਦਾ ਟਾਰਗੇਟ ਦੇ ਦਿੱਤਾ। ਉਹਨਾਂ ਨੇ ਆਪਣਾ ਟਾਰਗੇਟ 35000 ਪੈੱਨ ਬਣਾਉਣ ਦਾ ਪੂਰਾ ਮਿੱਥੇ ਸਮੇਂ 'ਤੇ ਕਰ ਲਿਆ, ਪਰ ਇਸ ਸਮੇਂ ਦੇ ਦੌਰਾਨ ਉਹਨਾਂ ਨੇ ਟਾਰਗੇਟ ਤਾਂ ਪੂਰਾ ਕਰ ਲਿਆ, ਪਰ ਪੈੱਨ ਬਣਾਉਂਦੇ ਹੋਏ ਉਹ ਜਿਹੜਾ ਪੈੱਨ ਦੀ ਕਾਸਟ ਜਿਹੜੀ ਕਿ 7 ਰੁਪਏ ਆਉਣੀ ਚਾਹੀਦੀ ਸੀ, 7 ਦੀ ਬਜਾਏ ਉਹ ਪੈੱਨ 8 ਰੁਪਏ 'ਚ ਤਿਆਰ ਹੋਇਆ। ਤਾਂ ਆਪਾਂ ਇਹ ਕਹਾਂਗੇ ਜਿਹੜਾ ਇਸ ਟੀਮ ਨੇ ਕੰਮ ਕੀਤਾ, ਉਸ ਟੀਮ ਨੇ ਕੰਮ ਪ੍ਰਭਾਵਪੂਰਨ ਤਾਂ ਕੀਤਾ, ਪਰ ਕੰਮ ਕੁਸ਼ਲਤਾਪੂਰਵਕ ਨਹੀਂ ਹੋਇਆ, ਕਿਉਂਕਿ ਉਹਨਾਂ ਨੇ ਲਾਗਤ ਵੱਧ ਲਈ। ਹੁਣ ਦੂਜੀ ਗੱਲ ਕਰਦੇ ਹਾਂ। ਮੰਨ ਲਓ 500 ਇਕਾਈਆਂ ਦੇ 5000 ਪੈੱਨ ਬਣਾਉਣ ਦਾ ਕੰਮ ਇੱਕ ਦੂਜੀ ਟੀਮ ਨੂੰ ਦਿੱਤਾ ਗਿਆ। ਹੁਣ ਉਸ ਟੀਮ ਨੇ ਜਿਹੜੀ 7 ਰੁਪਏ ਦੀ ਨਿਰਧਾਰਿਤ ਲਾਗਤ ਸੀ ਉਸ ਨੂੰ ਤਾਂ ਅਚੀਵ ਕਰ ਲਿਆ, 7 ਰੁਪਏ ਦੇ ਵਿੱਚ ਪੈੱਨ ਤਿਆਰ ਕਰ ਲਿਆ, ਪਰ ਜਿਹੜਾ 35000 ਪੈੱਨ ਬਣਾਉਣ ਦਾ ਟਾਰਗੇਟ ਸੀ, ਉਸ 35000 ਪੈੱਨ ਬਣਾਉਣ ਦੇ ਟਾਰਗੇਟ ਨੂੰ ਹਫ਼ਤੇ ਦੇ ਵਿੱਚ ਪੂਰਾ ਨਹੀਂ ਕਰ ਪਾਏ। ਤਾਂ ਆਪਾਂ ਕਹਿ ਸਕਦੇ ਹਾਂ ਕਿ ਟੀਮ ਨੇ ਕੁਸ਼ਲਤਾਪੂਰਵਕ ਤਾਂ ਕੰਮ ਕੀਤਾ, ਪਰ ਉਹਨਾਂ ਦਾ ਕੰਮ ਪ੍ਰਭਾਵਪੂਰਨ ਨਹੀਂ ਸੀ। ਪਰ ਆਪਾਂ ਇਹ ਜਾਣਦੇ ਹਾਂ ਕਿ ਮੈਨੇਜਮੈਂਟ ਜਿਹੜੀ ਹੈ ਉਹਦਾ ਇਹ ਕੰਮ ਹੁੰਦਾ ਹੈ ਕਿ ਕੰਮ ਪ੍ਰਭਾਵਪੂਰਨ ਵੀ ਹੋਵੇ ਔਰ ਕੰਮ ਕੁਸ਼ਲਤਾਪੂਰਵਕ ਵੀ ਹੋਵੇ। ਯਾਨੀ ਕਿ ਕੰਮ ਜਿਹੜਾ ਮੰਨ ਲਓ 35000 ਪੈੱਨ ਬਣਾਉਣ ਦਾ ਟਾਰਗੇਟ ਸੀ, ਤਾਂ ਮੈਨੇਜਮੈਂਟ ਦਾ ਇਹ ਕੰਮ ਹੈ 35000 ਪੈੱਨ ਵੀ ਬਣੇ ਔਰ ਪੂਰੀ ਲਾਗਤ 'ਤੇ ਘੱਟ ਤੋਂ ਘੱਟ ਵਸੀਲਿਆਂ ਦੀ ਵਰਤੋਂ ਕਰਕੇ ਉਹ ਟਾਰਗੇਟ ਵੀ ਪੂਰਾ ਹੋਵੇ, ਯਾਨੀ ਟਾਈਮ ਵੀ ਸਹੀ ਲੱਗੇ ਔਰ ਲਾਗਤ ਵੀ ਘੱਟ ਤੋਂ ਘੱਟ ਆਵੇ। ਤਾਂ ਆਪਾਂ ਕਹਿ ਸਕਦੇ ਹਾਂ ਕਿ ਕੰਪਨੀ ਦਾ ਪ੍ਰਬੰਧਨ ਕੁਸ਼ਲ ਵੀ ਹੈ ਅਤੇ ਪ੍ਰਭਾਵਪੂਰਨ ਵੀ ਹੈ। ਤਾਂ ਹੁਣ ਪਿਆਰੇ ਬੱਚੋ, ਤੁਸੀਂ ਬੁੱਕ ਤੋਂ ਚੈਪਟਰ ਜਿਹੜਾ ਆਪਾਂ ਪਹਿਲਾਂ ਕਰ ਰਹੇ ਸੀ, ਇਹਦੇ ਵਿੱਚ ਇਹਦੀਆਂ ਡੈਫੀਨੇਸ਼ਨਸ ਨੂੰ ਪੜ੍ਹਨਾ ਹੈ, ਇਹਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ। ਪੁਰਾਣੀ ਧਾਰਨਾ, ਨਵੀਂ ਧਾਰਨਾ, ਪ੍ਰਭਾਵਪੂਰਨਤਾ, ਕੁਸ਼ਲਤਾ, ਔਰ ਇਹਨਾਂ ਦੇ ਉੱਪਰ ਤੁਸੀਂ ਪ੍ਰਸ਼ਨ ਵੀ ਬਣਾਉਣੇ ਨੇ।
ਵੀਡੀਓ ਲੈਕਚਰ ਜਿਹੜੇ ਨੇ ਇਸੇ ਤਰ੍ਹਾਂ ਹੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਜਾਰੀ ਰਹਿਣਗੇ। ਧੰਨਵਾਦ ਤੁਹਾਡਾ। ਕੰਮ ਵੀ ਕਰਨਾ ਹੈ ਔਰ ਕਾਪੀਆਂ ਦੇ ਉੱਪਰ ਲਿਖਣਾ ਵੀ ਹੈ। ਔਰ ਕੋਈ ਵੀ ਪ੍ਰੋਬਲਮ ਤੁਹਾਨੂੰ ਜੇ ਆਉਂਦੀ ਹੈ ਤਾਂ ਤੁਸੀਂ फ़ोन 'ਤੇ ਵੀ ਕਾਲ ਕਰਕੇ ਪੁੱਛ ਸਕਦੇ ਹੋ, ਦੁਬਾਰਾ ਵੀ ਸਮਝ ਸਕਦੇ ਹੋ। ਬਹੁਤ ਬਹੁਤ ਧੰਨਵਾਦ।